हेलो स्टूडेंट्स, अज असीं सिखांगे कि आयल्स राइटिंग टास्क 1 ਨੂੰ ਆਪਾਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ ਤਾਂ ਕਿ ਸਾਡਾ ਜਿਹੜਾ ਸਕੋਰ ਆਇਲਸ ਦੇ ਵਿੱਚੋਂ ਰਾਈਟਿੰਗ ਦੇ ਵਿੱਚੋਂ ਘੱਟੋ ਘੱਟ 6.5 ਬੈਂਡ ਪਲੱਸ ਹੋ ਸਕੇ। ਆਪਾਂ ਆਇਲਸ ਰਾਈਟਿੰਗ ਦੇ ਵਿੱਚੋਂ ਵਧੀਆ ਸਕੋਰ ਅਚੀਵ ਕਰਨਾ ਚਾਹੁੰਦੇ ਹਾਂ ਤੇ ਸਭ ਤੋਂ ਇੰਪੋਰਟੈਂਟ ਹੁੰਦਾ ਕਿ ਆਇਲਸ ਰਾਈਟਿੰਗ टास्क 1 ਦੇ ਵਿੱਚ ਆਪਾਂ कंपैरिजन करिए और कंट्रास्ट शो करिए। सो अज की इस वीडियो सीखांगे कि किस तरह आप आयल्स राइटिंग टास्क 1 ਦੇ ਵਿੱਚ कंपेयर करांगे एंड कंट्रास्ट करांगे। पर इस तो पहला साडे लिए समझना बहुत ज़्यादा जरूरी हैगा कि साडे लिए कंपेयर ਜਾਂ फिर कंट्रास्ट शो करना इंपॉर्टेंट क्यों हैगा, क्योंकि हर एक चीज़ की मैं इंपॉर्टेंस दसदा हुंदा पहला ताकि ਤੁਹਾਨੂੰ ਕੋਈ ਚੀਜ਼ ਦੇ ਵਿੱਚ ਡਾਊਟ ਨਾ ਰਹੇ ਕਿ ਕਿਉਂ ਆਪਾਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੈਗੇ ਆ। ਸੋ ਫਸਟ ਆਪਾਂ ਦੇਖਾਂਗੇ ਕਿ ਕੀ ਸਾਨੂੰ ਬੈਨੀਫਿਟ ਹੋਊਗਾ ਕੰਪੇਅਰ ਕਰਨ ਦਾ, ਜਾਂ ਫਿਰ ਕਿਹੜੇ ਸਟੂਡੈਂਟ ਹੈਗੇ ਆ ਜਿਹੜੇ ਕਾਮਨ ਮਿਸਟੇਕਸ ਕਰਦੇ ਆ ਆਇਲਸ ਰਾਈਟਿੰਗ ਟਾਸਕ 1 ਦੇ ਵਿੱਚ ਜਿਨ੍ਹਾਂ ਦੇ ਕਰਕੇ ਉਹਦਾ ਸਕੋਰ ਜਿਹੜਾ ਇੰਪਰੂਵ ਨਹੀਂ ਹੁੰਦਾ। ਸੋ ਅਗਰ ਤੁਸੀਂ ਵੀ ਆਇਲਸ ਰਾਈਟਿੰਗ ਟਾਸਕ 1 ਦੇ ਵਿੱਚ ਆਪਣਾ ਸਕੋਰ ਇੰਪਰੂਵ ਕਰਨਾ ਚਾਹੁੰਦੇ ਹੋ ਤੇ ਇਹ ਵੀਡੀਓ ਤੁਹਾਡੇ ਲਈ ਅੱਗੇ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ 'ਚ ਬਣੇ ਰਹੋ, ਤੁਹਾਡੇ ਲਈ ਬਹੁਤ ਵਧੀਆ ਕਨਸੈਪਟ ਲੈ ਕੇ ਆਵਾਂਗੇ ਇਸ ਵੀਡੀਓ ਦੇ ਵਿੱਚ। ਸੋ ਇਸ ਚਾਰਟ ਦੇ ਮਾਧਿਅਮ ਦੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੋਸਟਲੀ ਸਟੂਡੈਂਟ ਜਿਹੜੇ ਆ ਕਾਮਨ ਮਿਸਟੇਕਸ ਕੀ ਕਰਦੇ ਆ ਤੇ ਬਾਅਦ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਦਾ ਸਕੋਰ ਜਿਹੜਾ 5 ਜਾਂ ਫਿਰ 5 ਪੁਆਇੰਟ ਤੋਂ 5 ਬੈਂਡਸ ਤੋਂ ਅਪ ਨਹੀਂ ਜਾਂਦਾ ਰਾਈਟਿੰਗ ਦੇ ਵਿੱਚ। ਫਸਟ ਆਪਾਂ ਐਨਾਲਾਈਜ਼ ਕਰਦੇ ਹਾਂ ਇਸ ਚਾਰਟ ਨੂੰ, ਐਗਜ਼ਾਮਪਲ ਦੇ ਤੌਰ ਤੇ ਇਸ ਚਾਰਟ ਨੂੰ ਸਮਝੀਏ। ਦ ਚਾਰਟ ਬਿਲੋ ਸ਼ੋਜ਼ ਦ ਐਕਸਪੈਂਡੀਚਰ ਔਨ ਡਿਫਰੈਂਟ ਥਿੰਗਸ ਇਨ ਕੈਨੇਡਾ। ਕੈਨੇਡਾ ਦੇ ਵਿੱਚ ਸਾਨੂੰ ਇੱਕ ਸਾਨੂੰ ਪਾਈ ਚਾਰਟ ਦਿੱਤਾ ਹੋਇਆ। ਇਸ ਚਾਰਟ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ? ਚਾਰਟ ਸਾਨੂੰ ਐਕਸਪੈਂਡੀਚਰ ਸ਼ੋ ਕਰਦਾ ਪਿਆ ਹੈ, ਡਿਫਰੈਂਟ ਥਿੰਗਸ ਦੇ ਉੱਪਰ ਕੀਤਾ ਜਾ ਰਿਹਾ ਐਕਸਪੈਂਡੀਚਰ ਤੇ ਕੈਨੇਡਾ ਦਾ ਇਹ ਡਾਟਾ ਹੈਗਾ। ਸੋ ਮੋਸਟ ਆਫ ਦਾ ਸਟੂਡੈਂਟ ਇਹਦੇ ਵਿੱਚੋਂ ਕੀ ਕਰਨਗੇ? ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਚਾਰਟ ਦੇ ਵਿੱਚ ਜਿਸ ਤਰ੍ਹਾਂ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ, ਜ਼ਿਆਦਾਤਰ ਸਟੂਡੈਂਟ ਸਪੈਸ਼ਲੀ ਮੈਂ ਬਿਗਨਰਸ ਦੀ ਗੱਲ ਕਰੂੰਗਾ, ਕੀ ਕਰਦੇ ਆ ਉਹ ਸਿੰਪਲੀ ਸਿਰਫ ਇੰਨਾ ਲਿਖ ਦਿੰਦੇ ਆ। ਐਕਸਪੈਂਡੀਚਰ ਨੂੰ ਜਦੋਂ ਐਕਸਪਲੇਨ ਕਰਦੇ ਇਸ ਚਾਰਟ ਨੂੰ ਸਿੱਧਾ ਲਿਖਦੇ ਆ ਕਿ ਫੂਡ ਦੇ ਉੱਤੇ 40% ਜਿਹੜਾ ਐਕਸਪੈਂਡੀਚਰ ਕੀਤਾ ਗਿਆ, ਜਿਹੜਾ ਬੁక్స్ ਦੇ ਉੱਤੇ 20% ਕੀਤਾ ਗਿਆ, ਲੇਜ਼ਰ ਦੇ ਉੱਤੇ 20% ਹੈ ਐਂਡ 10% ਔਨ ਕੰਪਿਊਟਰਸ, 5% ਔਨ ਹਾਊਸਸ ਐਂਡ 5% ਔਨ ਕਾਰਸ। ਇਸ ਤਰ੍ਹਾਂ ਜਿਹੜਾ ਆ ਚਾਰਟ ਨੂੰ ਲਿਖ ਕੇ ਰੱਖ ਦਿੰਦੇ ਆ, ਜੋ ਕਿ ਬਿਲਕੁਲ ਗਲਤ ਹੈਗਾ, ਜਿਸ ਦੇ ਨਾਲ ਤੁਹਾਡਾ ਸਕੋਰ ਕਦੀ ਵੀ 5 ਜਾਂ 5 ਬੈਂਡ ਤੋਂ ਉੱਪਰ ਨਹੀਂ ਜਾਣਾ। ਇਹ ਬੱਚਿਆਂ ਵਾਲੀਆਂ ਗੱਲਾਂ ਆ, ਬੱਚੇ ਇਸ ਤਰ੍ਹਾਂ ਲਿਖ ਸਕਦੇ ਆ, ਇੰਨਾ ਕੰਮ ਤਾਂ ਬੱਚੇ ਵੀ ਕਰ ਸਕਦੇ ਆ। ਸੋ ਬੱਚਿਆਂ ਵਾਲੇ ਕੰਮ ਕਰਕੇ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਸਕੋਰ ਆ ਉਹ ਕਦੀ ਵੀ ਹਾਇਰ ਲੈਵਲ ਤੇ ਨਹੀਂ ਜਾ ਸਕਦਾ, ਬੱਚਿਆਂ ਵਾਲਾ ਸਕੋਰ ਹੀ ਸਾਡਾ ਆਊਗਾ। ਸੋ ਆਪਾਂ ਸਮਝਦੇ ਕਰਨਾ ਐਕਚੁਅਲ ਦੇ ਵਿੱਚ ਕੀ ਹੁੰਦਾ। ਇਹ ਜਿਸ ਤਰ੍ਹਾਂ ਸਾਨੂੰ ਚਾਰਟ ਦਿੱਤਾ ਹੋਇਆ, ਅਸੀਂ ਕਦੀ ਵੀ ਇਸ ਨੂੰ ਕਾਪੀ ਨਹੀਂ ਕਰਨਾ। ਕਾਪੀ ਕਿਉਂ ਨਹੀਂ ਕਰਨਾ ਹੈਗਾ? ਕਿਉਂਕਿ ਮੰਨ ਲਓ ਕਿ ਤੁਸੀਂ ਇਦਾਂ ਲਿਖ ਦਿੰਦੇ ਕਿ ਫੂਡ ਤੇ ਆਪਾਂ 40% ਖਰਚਾ ਕਰ ਦਿੱਤਾ, ਬੁక్స్ ਦੇ ਉੱਤੇ 20% ਹੋਇਆ, ਲੇਜ਼ਰ ਉੱਤੇ 20%, ਸਾਰਿਆਂ ਨੂੰ ਐਕਸਪਲੇਨ ਕਰ ਦਿੱਤਾ। ਉਹਦੇ ਵਿੱਚ ਤੁਸੀਂ ਆਪਣੇ ਕੋਲੋਂ ਕੀ ਕੀਤਾ? ਆਪਣੇ ਕੋਲੋਂ ਤੁਸੀਂ ਉਸ ਚਾਰਟ ਦੇ ਵਿੱਚ ਕੁਝ ਵੀ ਨਹੀਂ ਕਰ ਰਹੇ ਹੈਗੇ, ਤੁਸੀਂ ਸਿਰਫ ਐਗਜ਼ਾਮੀਨਰ ਦੀ ਚੋਰੀ ਕਰਦੇ ਪਏ ਆ। ਐਗਜ਼ਾਮੀਨਰ ਨੇ ਜੋ ਤੁਹਾਨੂੰ ਦਿੱਤਾ, ਕਾਪੀ ਕਰਨ ਦੇ ਸਾਨੂੰ ਨੰਬਰ ਨਹੀਂ ਮਿਲਣੇ ਹੈਗੇ। ਆਇਲਸ ਇੱਕ ਲੈਂਗੁਏਜ ਦਾ ਟੈਸਟ ਹੈਗਾ। ਇਹਦੇ ਵਿੱਚ ਆਪਾਂ ਕੀ ਸ਼ੋ ਕਰਨਾ? ਇਹਦੇ ਵਿੱਚ ਆਪਾਂ ਸ਼ੋ ਕਰਨਾ ਲੈਂਗੁਏਜ ਐਬਿਲਿਟੀ, ਕਿ ਸਾਨੂੰ ਕਿੰਨੀ ਲੈਂਗੁਏਜ ਆਉਂਦੀ ਹੈਗੀ ਆ। ਸੋ ਲੈਂਗੁਏਜ ਕਿਸ ਤਰ੍ਹਾਂ ਸ਼ੋ ਕਰ ਸਕਦੇ ਆ? ਜਦੋਂ ਤੁਸੀਂ ਡਿਫਰੈਂਟ ਕਾਈਂਡ ਆਫ ਸਟਰਕਚਰਸ ਇਸ ਇਨਫੋਰਮੇਸ਼ਨ ਨੂੰ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰੋਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਦੱਸੂਗਾ ਇਸ ਵੀਡੀਓ ਦੇ ਵਿੱਚ। ਸੋ ਐਕਚੁਅਲ ਦੇ ਵਿੱਚ ਕੀ ਹੈਗਾ, ਕਦੀ ਵੀ ਇਸ ਤਰ੍ਹਾਂ ਕਾਪੀ ਨਹੀਂ ਕਰਨਾ ਹੈਗਾ, ਕਿਉਂਕਿ ਜੋ ਤੁਸੀਂ ਲਿਖਦੇ ਹੋ ਆਲਰੇਡੀ ਦਿੱਤਾ ਹੋਇਆ ਐਗਜ਼ਾਮੀਨਰ ਨੂੰ। ਤੁਹਾਡਾ ਪੜ੍ਹਨ ਦੀ ਕੀ ਜ਼ਰੂਰਤ ਹੈ ਜੇ ਉਹਨੂੰ ਸਾਰਾ ਕੁਝ ਉਹੀ ਕੁਝ ਤੁਸੀਂ ਉਹਨੂੰ ਰਾਈਟਿੰਗ ਦੇਣਾ? ਸਿੰਪਲੀ ਕੀ ਆ, ਉਹਨੇ ਚਾਰਟ ਬਣਾ ਕੇ ਦਿੱਤਾ ਸੀ, ਤੁਸੀਂ ਉਹਨੂੰ ਰਿਟਨ ਕਰਕੇ ਦੇ ਦਿੱਤਾ, ਕੁਝ ਵੀ ਨਹੀਂ ਕਰ ਰਹੇ ਤੁਸੀਂ। ਸੋ ਇਸ ਕਰਕੇ ਸਾਡਾ ਜਿਹੜਾ ਆਇਲਸ ਰਾਈਟਿੰਗ ਮਾਰਕਿੰਗ ਕ੍ਰਾਈਟੇਰੀਆ ਹੈਗਾ ਉਹ ਸਿੰਪਲੀ ਸਾਨੂੰ ਕੀ ਕਹਿੰਦਾ ਕਿ ਕੰਪੈਰੀਜ਼ਨ ਐਂਡ ਕੰਟਰਾਸਟ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹੈ। ਅਗਰ ਤੁਸੀਂ ਹਾਇਰ ਬੈਂਡ ਸਕੋਰ ਅਚੀਵ ਕਰਨਾ, ਆਇਲਸ ਮਾਰਕਿੰਗ ਕ੍ਰਾਈਟੇਰੀਆ ਜ਼ਰੂਰ ਸਟੱਡੀ ਕਰਿਆ ਕਰੋ ਜਦੋਂ ਵੀ ਤੁਸੀਂ ਆਇਲਸ ਦੀ ਪ੍ਰੈਪਰੇਸ਼ਨ ਕਰਦੇ ਆ। ਸੋ ਹੁਣ ਮੈਂ ਤੁਹਾਨੂੰ ਦੱਸੂਗਾ ਕਿਸ ਤਰ੍ਹਾਂ ਆਪਾਂ ਹਾਇਰ ਇਸ ਚਾਰਟ ਨੂੰ ਕੰਪੈਰੀਜ਼ਨ ਕਰਨਾ ਆ, ਕਿਸ ਤਰ੍ਹਾਂ ਆਪਾਂ ਕੰਟਰਾਸਟ ਸ਼ੋ ਕਰਨਾ ਤਾਂ ਕਿ ਅਸੀਂ ਰਾਈਟਿੰਗ ਦੇ ਵਿੱਚੋਂ ਕਦੀ ਵੀ ਫੇਲ ਨਾ ਹੋਈਏ, ਰਾਈਟਿੰਗ ਦੇ ਵਿੱਚੋਂ ਕਦੀ ਵੀ ਸਾਡਾ ਸਕੋਰ ਜਿਹੜਾ ਡਾਊਨ ਨਾ ਜਾਵੇ। ਐਕਚੁਅਲ 'ਚ ਕੀ ਕਰਨਾ ਹੁੰਦਾ? ਆਪਾਂ ਇਸ ਚਾਰਟ ਨੂੰ ਅਗਰ ਮੈਂ ਦੇਖਾਂ ਤੇ ਚਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਫੂਡ ਸਾਡਾ ਜਿਹੜਾ ਹੈਗਾ ਆ, ਫੂਡ ਦੇ ਉੱਤੇ ਮੈਕਸਿਮਮ ਪਾਰਟ ਆਫ ਦਾ ਜਿਹੜਾ ਇਨਕਮ ਹੋਊਗਾ, ਜੋ ਜਿੰਨਾ ਵੀ ਖਰਚਾ ਹੋਊਗਾ 100% ਦੇ ਵਿੱਚੋਂ ਜਿਹੜਾ ਮੈਕਸਿਮਮ ਪਾਰਟ ਆ ਉਹ ਸਾਡਾ ਫੂਡ ਦੇ ਉੱਤੇ ਖਰਚਿਆ ਜਾ ਰਿਹਾ। ਇਟ ਮੀਨਸ ਕਿ ਆਪਾਂ ਕੀ ਕਹਿ ਸਕਦੇ ਹਾਂ, ਹਾਈਐਸਟ ਮਨੀ ਜਿਹੜੀ ਇਹਦੇ ਉੱਤੇ ਖਰਚੀ ਜਾ ਰਹੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਮੈਕਸਿਮਮ ਖਰਚੀ ਜਾ ਸਕਦੀ ਹੈ ਕਿ ਮੈਕਸਿਮਮ ਮਨੀ ਜਿਹੜੀ ਇਹਦੇ ਉੱਤੇ ਖਰਚੀ ਜਾ ਰਹੀ ਆ। ਲੀਸਟ ਕਿਹਦੇ ਉੱਤੇ ਆ? ਅਗਰ ਆਪਾਂ ਦੇਖੀਏ ਤੇ ਇਹ ਸਾਡੇ ਹੈਗੇ ਆ ਲੀਸਟ। ਲੀਸਟ ਮੀਨਸ ਕੀ ਆ ਕਿ ਸਭ ਤੋਂ ਘੱਟ ਹੈਗੇ ਆ। ਚਾਰਟ ਨੂੰ ਆਪਾਂ ਕੈਟਾਗਰਾਈਜ਼ ਕਰਨਾ। ਹੁਣ ਅਗਰ ਆਪਾਂ ਬੁక్స్ ਦੀ ਐਂਡ ਲੇਜ਼ਰ ਦੀ ਗੱਲ ਦੇਖੀਏ ਤੇ ਇਹ ਆਪਸ ਦੇ ਵਿੱਚ ਦੋਨੋਂ ਕੀ ਆਪਾਂ ਕਹਿ ਸਕਦੇ ਆ, ਸਿਮਿਲਰ ਹੈਗੇ। ਆਪਸ ਦੇ ਵਿੱਚ ਦੋਨੋਂ ਸਿਮਿਲਰ ਹੈਗੇ ਆ। ਤੇ ਅਗਰ ਆਪਾਂ ਫੂਡ ਐਂਡ ਬੁక్స్ ਐਂਡ ਲੇਜ਼ਰ ਨੂੰ ਕੰਪੇਅਰ ਕਰੀਏ ਤੇ ਫੂਡ ਦੇ ਨਾਲੋਂ ਹਾਫ ਜਿਹੜਾ ਐਕਸਪੈਂਡੀਚਰ ਹੈਗਾ ਆ ਉਹ ਬੁక్స్ ਦੇ ਉੱਤੇ ਕੀਤਾ ਜਾ ਰਿਹਾ। ਸੋ ਆਪਾਂ ਕੀ ਕਹਿ ਸਕਦੇ ਆ ਕਿ ਐਕਸਪੈਂਡੀਚਰ ਔਨ ਬੁక్స్ is half than that on food। कि ਜਿਹੜਾ ਸਾਡਾ ਐਕਸਪੈਂਡੀਚਰ ਬੁక్స్ ਦੇ ਉੱਤੇ ਕੀਤਾ ਜਾ ਰਿਹਾ ਉਹ
ਫੂਡ ਦੇ ਐਕਸਪੈਂਡੀਚਰ ਨਾਲੋਂ ਹਾਫ ਹੈਗਾ। ਅਗਰ ਆਪਾਂ ਇਸ ਤਰ੍ਹਾਂ ਹਾਫ ਦੱਸਾਂਗੇ, ਮੈਕਸਿਮਮ, ਹਾਈਐਸਟ, ਲੀਸਟ, ਸਭ ਤੋਂ ਘੱਟ ਕਿਹੜੇ ਹੁੰਦੇ ਆ, ਇਹ ਕਿਸ ਤਰ੍ਹਾਂ ਲਿਖਣਾ, ਇਹਨੂੰ ਆਪਾਂ ਕੰਪੈਰੀਜ਼ਨ ਜਾਂ ਫਿਰ ਕੰਟਰਾਸਟ ਕਰਨਾ ਕਹਿੰਦੇ ਆ, ਜੋ ਕਿ ਆਪਾਂ ਜਿਹੜਾ ਸਿੱਖਾਂਗੇ ਕਿ ਕਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਦੇ ਚਾਰਟਸ ਨੂੰ ਲਿਖ ਸਕਦੇ ਆ ਤਾਂ ਕਿ ਤੁਹਾਡਾ ਸਕੋਰ ਜਿਹੜਾ ਇੰਪਰੂਵ ਹੋਵੇ। ਆਪਾਂ ਕਦੇ ਵੀ ਦੇਖਿਓ ਤੁਸੀਂ ਜਦੋਂ ਮੈਂ ਚਾਰਟ ਲਿਖੂੰਗਾ ਜਾਂ ਜਦੋਂ ਤੁਹਾਨੂੰ ਕਰਨਾ ਸਿਖਾਉਂਗਾ, ਕੁਝ ਕੁ ਵਰਡ ਆਪਾਂ ਯੂਜ਼ ਕਰਾਂਗੇ, ਉਹ ਵਰਡਸ ਨੂੰ ਯੂਜ਼ ਕਰਕੇ ਤੁਸੀਂ ਵੀ ਵਧੀਆ ਤਰੀਕੇ ਨਾਲ ਕੰਪੈਰੀਜ਼ਨ ਜਾਂ ਕੰਟਰਾਸਟ ਸ਼ੋ ਕਰ ਸਕਦੇ ਹੋ। ਸੋ ਲੈਟਸ ਗੈਟ ਸਟਾਰਟਡ। ਸੋ ਸਟੂਡੈਂਟਸ, ਚਾਰਟ ਸਾਡੇ ਕੋਲ ਬਣ ਚੁੱਕੇ ਆ। ਮੈਂ 2 ਚਾਰਟ ਲੈ ਲਏ ਆ ਤਾਂ ਕਿ ਥੋੜਾ ਜਿਹਾ ਸਮਝਾਉਣਾ ਤੁਹਾਡੇ ਨੂੰ ਈਜ਼ੀ ਹੋ ਜਾਵੇ। ਇੱਕ ਚਾਰਟ ਦੇ ਨਾਲ ਵੀ ਕੰਪੈਰੀਜ਼ਨ ਕਰਕੇ ਦੱਸੂਗਾ, ਆਪਸ ਦੇ ਵਿੱਚ ਦੋਨਾਂ ਦੇ ਨਾਲ ਵੀ ਕੰਪੈਰੀਜ਼ਨ ਕਰਕੇ ਦੱਸੂਗਾ। ਇੱਕ ਚਾਰਟ ਵਿੱਚ ਸਾਡੇ ਕੋਲ ਕੀ ਹੈਗਾ, 2005 ਦਾ ਡਾਟਾ ਦਿੱਤਾ ਹੋਇਆ ਔਰ ਇੱਕ ਦੇ ਵਿੱਚ ਦਿੱਤਾ ਹੋਇਆ 2010 ਦਾ। ਇਟ ਮੀਨਸ ਕਿ ਇਨਕਰੀਜ਼ ਡਿਕਰੀਜ਼ ਵਾਲਾ। ਫਸਟ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਆਪਾਂ ਕੰਪੈਰੀਜ਼ਨ ਕਰ ਸਕਦੇ। ਫਸਟ ਵੇ ਮੈਂ ਤੁਹਾਨੂੰ ਦੱਸਣ ਲੱਗਾ ਇਸ ਤੇ ਕਿ ਆਪਾਂ ਕਿਸ ਤਰ੍ਹਾਂ ਕੰਪੈਰੀਜ਼ਨ ਦਾ। ਫਸਟ ਨੰਬਰ ਤੇ ਤੁਸੀਂ ਯੂਜ਼ ਕਰ ਸਕਦੇ ਆ ਕੰਪੈਰੀਟਿਵ ਐਂਡ ਸੁਪਰਲੇਟਿਵ ਡਿਗਰੀਜ਼ ਨੂੰ। ਕੰਪੈਰੀਟਿਵ ਐਂਡ ਸੁਪਰਲੇਟਿਵ ਡਿਗਰੀਜ਼ ਕੀ ਹੁੰਦੀਆਂ ਤੇ ਅਗਰ ਆਪਾਂ ਦੇਖੀਏ ਕਿ ਸਾਡੇ ਕੋਲ ਇੰਗਲਿਸ਼ ਦੇ ਵਿੱਚ ਐਡਜੈਕਟਿਵ ਹੁੰਦੇ ਨੇ। ਐਡਜੈਕਟਿਵ ਸਾਡੇ ਕੋਲ ਮੰਨ ਲਓ ਕਿ ਗੁੱਡ ਐਡਜੈਕਟਿਵ ਆ। ਗੁੱਡ ਦੀ ਜਿਹੜੀਆਂ ਅੱਗੇ ਦੋ ਜਿਹੜੀਆਂ ਉਹਦੀਆਂ ਡਿਗਰੀਜ਼ ਹੁੰਦੀਆਂ, ਫਸਟ ਡਿਗਰੀ ਹੁੰਦੀ ਹੈ ਕੰਪੈਰੀਟਿਵ ਡਿਗਰੀ ਐਂਡ ਦ ਸੈਕੰਡ ਵਨ ਹੁੰਦੀ ਆ ਸੁਪਰਲੇਟਿਵ ਡਿਗਰੀ। ਫਸਟ ਆਪਾਂ ਦੇਖ ਲਈਏ ਕਿ ਐਡਜੈਕਟਿਵ ਤੇ ਆਪਾਂ ਜਿਹੜੇ ਵਰਤਦੇ ਆ ਕਿਸੇ ਨਾਉਨ ਦੇ ਲਈ ਵਰਤ ਰਹੇ ਆ, ਉਹਦੀ ਵਿਸ਼ੇਸ਼ਤਾ ਦੱਸਣ ਦੇ ਲਈ। ਕੰਪੈਰੀਟਿਵ ਡਿਗਰੀ ਨੂੰ ਆਪਾਂ ਕਦੋਂ ਵਰਤਾਂਗੇ? ਕੰਪੈਰੀਟਿਵ ਡਿਗਰੀ ਉਦੋਂ ਵਰਤੀ ਜਾਂਦੀ ਹੈ ਜਦੋਂ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ ਕੰਪੇਅਰ ਕੀਤਾ ਜਾਂਦਾ, ਇੱਕ ਚੀਜ਼ ਨੂੰ ਦੂਸਰੀ ਚੀਜ਼ ਤੋਂ ਵੱਡਾ ਜਾਂ ਛੋਟਾ ਦੱਸਿਆ ਜਾਂਦਾ ਹੈ, ਉਦੋਂ ਆਪਾਂ ਕੰਪੈਰੀਟਿਵ ਡਿਗਰੀ ਯੂਜ਼ ਕਰ ਸਕਦੇ ਹਾਂ। ਅਗਰ ਆਪਾਂ ਸੁਪਰਲੇਟਿਵ ਡਿਗਰੀ ਦੀ ਗੱਲ ਕਰੀਏ, ਸੁਪਰਲੇਟਿਵ ਡਿਗਰੀ ਆਪਾਂ ਉਦੋਂ ਯੂਜ਼ ਕਰਨੀ ਹੈ ਜਦੋਂ ਆਪਾਂ ਇੱਕ ਚੀਜ਼ ਨੂੰ ਬਾਕੀ ਸਾਰੇ ਦੇ ਨਾਲ ਕੰਪੇਅਰ ਕਰਨਾ ਹੁੰਦਾ। ਕਹਿਣ ਦਾ ਮਤਲਬ ਕਿ ਜਦੋਂ ਇੱਕ ਚੀਜ਼ ਹਾਈਐਸਟ ਹੋਵੇ, ਸੁਪਰਲੇਟਿਵ ਡਿਗਰੀ ਦਾ ਮਤਲਬ ਹੁੰਦਾ ਕਿ ਚੀਜ਼ ਜਿਹੜੀ ਹੈ ਸਭ ਤੋਂ ਵੱਖਰੀ ਹੈ। ਕੰਪੈਰੀਟਿਵ ਡਿਗਰੀ ਮੈਕਸਿਮਮ 2 ਜਾਂ 3 ਚੀਜ਼ਾਂ ਦੇ ਵਿੱਚ ਡਿਫਰੈਂਸ ਸ਼ੋ ਕਰ ਸਕਦੀ ਹੈ, ਜਦਕਿ ਸੁਪਰਲੇਟਿਵ ਡਿਗਰੀ ਜਿਹੜੀ ਆ ਸਭ ਤੋਂ ਵੱਡੇ ਪਾਰਟ ਨੂੰ ਜਾਂ ਸਭ ਤੋਂ ਛੋਟੇ ਪਾਰਟ ਨੂੰ ਜਿਹੜਾ ਡਿਨੋਟ ਕਰੂਗੀ ਤੇ ਕੰਪੇਅਰ ਕਰੂਗੀ ਉਹਨੂੰ ਬਾਕੀਆਂ ਦੇ ਨਾਲ। ਸੋ ਹੁਣ ਆਪਾਂ ਇਹਨੂੰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਕਿ ਕਿਸ ਤਰ੍ਹਾਂ। ਸੋ ਮੈਂ ਇੱਥੇ 2 ਐਗਜ਼ਾਮਪਲਾਂ ਲੈ ਰਿਹਾ ਕਿਸ ਤਰ੍ਹਾਂ ਆਪਾਂ ਯੂਜ਼ ਕਰਾਂਗੇ ਕੰਪੈਰੀਟਿਵ ਡਿਗਰੀ ਨੂੰ। ਕੰਪੈਰੀਟਿਵ ਵੀ ਇੱਥੇ ਯੂਜ਼ ਕਰਦਾ ਪਿਆ, ਮੈਂ ਸੁਪਰਲੇਟਿਵ ਯੂਜ਼ ਕਰਦਾ ਪਿਆ। ਸੁਪਰਲੇਟਿਵ ਯਾਦ ਰੱਖਣਾ ਕਿ ਸਾਰੀਆਂ ਚੀਜ਼ਾਂ ਨੂੰ ਇੱਕ ਦੇ ਨਾਲ ਕੰਪੇਅਰ ਕਰੂਗੀ। ਕੰਪੈਰੀਟਿਵ ਡਿਗਰੀ ਜਿਹੜੀ ਆ 2 ਚੀਜ਼ਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰੂਗੀ। ਫਸਟ ਆਪਾਂ ਸੁਪਰਲੇਟਿਵ ਡਿਗਰੀ ਦੀ ਐਗਜ਼ਾਮਪਲ ਲਈਏ। In 2005 the biggest part of money was spent on food. It means ਕਿ ਸਭ ਤੋਂ ਵੱਡਾ ਜਿਹੜਾ ਪਾਰਟ ਆ ਉਹ ਫੂਡ ਦੇ ਉੱਤੇ ਸਪੈਂਡ ਕੀਤਾ ਗਿਆ ਸੀ। ਇਟ ਮੀਨਸ ਕਿ ਜੋ ਬਾਕੀਆਂ ਦੇ ਉੱਤੇ ਸੀਗਾ ਉਹ ਇੰਨਾ ਜ਼ਿਆਦਾ ਨਹੀਂ ਸੀਗਾ। ਇਟ ਮੀਨਸ ਕਿ ਫੂਡ ਨੂੰ ਕੱਲੇ ਨੂੰ ਕੰਟਰਾਸਟ ਕੰਪੇਅਰ ਕਰਦੀ ਪਈ ਆ ਬਾਕੀ ਸਾਰੀਆਂ ਆਈਟਮਸ ਦੇ ਨਾਲ। ਇਹ ਹੈਗੀ ਸਾਡੀ ਸੁਪਰਲੇਟਿਵ ਡਿਗਰੀ। ਜਦੋਂ ਆਪਾਂ ਹਾਈਐਸਟ ਕੋਈ ਚੀਜ਼ ਨੂੰ ਵੱਡਾ ਦੱਸਣਾ ਹੋਵੇ, ਆਪਾਂ ਕਹਿਣਾ ਹੋਵੇ ਕਿ ਮੈਕਸਿਮਮ ਮਨੀ ਜਿਹੜੀ ਆ ਫੂਡ ਦੇ ਉੱਤੇ ਸਪੈਂਡ ਕੀਤੀ ਗਈ ਸੀ, ਉਦੋਂ ਆਪਾਂ ਸੁਪਰਲੇਟਿਵ ਡਿਗਰੀ ਨੂੰ ਯੂਜ਼ ਕਰਨਾ। ਸੋ ਜਦੋਂ ਤੁਹਾਨੂੰ ਕੋਈ ਚਾਰਟ ਦੇ ਵਿੱਚ ਕੋਈ ਵੱਡੀ ਚੀਜ਼ ਦੀਦੀ ਆ, ਉਹਦੇ ਲਈ ਤੁਸੀਂ ਹਮੇਸ਼ਾ ਸੁਪਰਲੇਟਿਵ ਡਿਗਰੀ ਨੂੰ ਯੂਜ਼ ਕਰਿਆ ਕਰੋ। ਨਾਲ ਦੀ ਨਾਲ ਕੰਪੈਰੀਟਿਵ ਡਿਗਰੀ ਤੇ ਆਈਏ। ਐਕਸਪੈਂਡੀਚਰ ਔਨ ਬੁੱਕਸ ਵਾਜ਼ ਮੋਰ ਔਨ ਬੁੱਕਸ, ਮੈਂ ਥੋੜਾ ਇੱਥੇ ਗਲਤ ਕਰ ਦਿੱਤਾ, ਤੁਸੀਂ ਇੱਥੇ ਦੇਖ ਸਕਦੇ ਐਕਸਪੈਂਡੀਚਰ ਔਨ ਬੁੱਕਸ ਵਾਜ਼ ਮੋਰ ਦੈਨ ਔਨ ਕੰਪਿਊਟਰਸ। ਸੋ ਇੱਥੇ ਤੁਸੀਂ ਕੀ ਦੇਖ ਸਕਦੇ ਆ, ਮੋਰ ਦਾ ਮਤਲਬ ਕੀ ਹੈਗਾ ਕਿ ਇੱਕ ਚੀਜ਼ ਦੂਸਰੇ ਦੇ ਨਾਲੋਂ ਜ਼ਿਆਦਾ ਹੈਗੀ ਆ, ਕੰਪੈਰੀਟਿਵ ਡਿਗਰੀ ਆ। ਕਿਸ ਤਰ੍ਹਾਂ ਯੂਜ਼ ਕਰਨਾ ਮੋਰ ਨੂੰ ਜਾਂ ਹੋਰ ਕੰਪੈਰੀਟਿਵ ਡਿਗਰੀ ਨੂੰ ਵੀ ਮੈਂ ਦੱਸੂਗਾ। ਇੱਥੇ ਕੀ ਕਹਿ ਰਿਹਾ ਕਿ ਐਕਸਪੈਂਡੀਚਰ ਜਿਹੜਾ ਬੁੱਕਸ ਦੇ ਉੱਤੇ ਸੀਗਾ ਕੰਪਿਊਟਰਸ ਦੇ ਨਾਲੋਂ ਜ਼ਿਆਦਾ ਸੀਗਾ। ਸੋ ਆਪਾਂ ਕੀ ਕਿਹਾ ਸੀਗਾ, ਕੰਪੈਰੀਟਿਵ ਡਿਗਰੀਆਂ ਕਦੋਂ ਯੂਜ਼ ਕਰਨੀਆਂ? ਕੰਪੈਰੀਟਿਵ ਡਿਗਰੀਆਂ ਹਮੇਸ਼ਾ ਯੂਜ਼ ਕਰਨੀਆਂ ਜਦੋਂ ਆਪਾਂ 2 ਚੀਜ਼ਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰਦੇ ਹਾਂ। ਸੋ ਇਹਦੇ ਨਾਲੋਂ ਜ਼ਿਆਦਾ ਸੀਗਾ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸਭ ਤੋਂ ਜ਼ਿਆਦਾ ਸੀਗਾ। ਸਭ ਤੋਂ ਜ਼ਿਆਦਾ ਕਿਹੜਾ ਸੀਗਾ ਸਾਡਾ? ਬਿਗੇਸਟ। ਸਭ ਤੋਂ ਜ਼ਿਆਦਾ ਸਾਡਾ ਆ ਸੀਗਾ। ਸੁਪਰਲੇਟਿਵ ਡਿਗਰੀ ਦੱਸਣਾ। ਕੰਪੈਰੀਟਿਵ ਡਿਗਰੀ ਨੇ ਆਪਸ ਦੇ ਵਿੱਚ 2 ਚੀਜ਼ਾਂ ਨੂੰ ਜਿਹੜਾ ਕੰਪੇਅਰ ਕਰਨਾ ਹੈਗਾ ਜਾਂ ਕੰਪੈਰੀਟਿਵ ਡਿਗਰੀ ਦੀਆਂ ਇਦਾਂ ਕੁਝ ਤੁਸੀਂ ਐਗਜ਼ਾਮਪਲਸ ਦੇਖ ਸਕਦੇ ਆ। ਜਿੱਦਾਂ ਇਸ ਤਰ੍ਹਾਂ ਤੁਹਾਡੇ ਕੋਲ ਹਾਈ ਐਡਜੈਕਟਿਵ ਆ ਤੇ ਕੰਪੈਰੀਟਿਵ ਡਿਗਰੀ ਹੋਗੀ ਹਾਇਰ ਐਂਡ ਸੁਪਰਲੇਟਿਵ ਡਿਗਰੀ ਹੋਗੀ ਹਾਈਐਸਟ। ਹਾਈਐਸਟ ਕਦੋਂ ਵਰਤਾਂਗੇ? ਜਦੋਂ ਇੱਕ ਚੀਜ਼ ਨੂੰ ਸਾਰੇ ਨਾਲ ਕੰਪੇਅਰ ਕਰਦੇ ਆ। ਕੰਪੈਰੀਟਿਵ ਡਿਗਰੀ ਨੂੰ ਕਦੋਂ ਵਰਤਾਂਗੇ? ਜਦੋਂ ਇੱਕ ਚੀਜ਼ ਨੂੰ ਇੱਕ ਦੂਸਰੀ ਚੀਜ਼ ਦੇ ਨਾਲ ਕੰਪੇਅਰ ਕਰਦੇ ਪਏ ਆ। ਸੋ ਇਹ ਤਾਂ ਹੈਗਾ ਸਾਡਾ ਫਸਟ ਵੇ ਆਫ ਕੰਪੈਰੀਜ਼ਨ। ਕਿਸ ਤਰ੍ਹਾਂ ਅਸੀਂ ਕੰਪੈਰੀਜ਼ਨ ਸ਼ੋ ਕਰਦੇ ਆ। ਇਸ ਤਰ੍ਹਾਂ ਤੁਹਾਨੂੰ ਜ਼ਿਆਦਾ ਸਕੋਰ ਜਿਹੜਾ ਮਿਲਣਾ ਹੈ, ਨਾ ਕਿ ਇਦਾਂ ਲਿਖਣ ਦਾ ਸਕੋਰ ਮਿਲਣਾ ਕਿ 20% ਖਰਚਾ ਇੱਥੇ ਕੰਪਿਊਟਰ ਦੇ ਉੱਤੇ 10% ਸੀਗਾ। ਇਸ ਤਰ੍ਹਾਂ ਨਹੀਂ, ਹਮੇਸ਼ਾ ਚਾਰਟ ਇਦਾਂ ਲਿਖੋ, the biggest part of the money was spent on food while on other things it was the least, ਕਿ ਬਾਕੀ ਚੀਜ਼ਾਂ ਲੀਸਟ ਸੀਗਾ। ਹਾਈਐਸਟ ਲੀਸਟ ਇਸ ਤਰ੍ਹਾਂ ਦੱਸਾਂਗੇ ਤਾਂ ਸਕੋਰ ਸਾਡਾ ਅਪ ਜਾਊਗਾ। ਸੋ ਇਹ ਤਾਂ ਹੈਗਾ ਸਾਡਾ ਫਸਟ ਵੇ। ਕਰਦੇ ਮੈਂ ਐਗਜ਼ਾਮਪਲ ਇੱਕ ਦੀ ਦੋ ਹੋਰ ਦੇ ਦਿੰਦਾ ਤੁਹਾਨੂੰ। ਆਪਾਂ ਕਹਿ ਸਕਦੇ ਕਿ S is a better student than Ram, ਕਿ ਐਲੈਕਸ ਜਿਹੜਾ ਹੈਗਾ ਹੈ ਰਾਮ ਨਾਲੋਂ ਇੱਕ ਚੰਗਾ ਸਟੂਡੈਂਟ ਆ। ਆਪਸ ਦੇ ਵਿੱਚ ਕੰਪੇਅਰ ਕਰਦੇ ਪਏ ਆ। ਪਰ ਅਗਰ ਮੈਂ ਕਹਿ ਦਵਾਂ X is the best student, ਇਟ ਮੀਨਸ ਕਿ ਐਲੈਕਸ ਜਿਹੜਾ ਹੈ ਸਾਰੀ ਕਲਾਸ ਤੋਂ ਵੱਖਰਾ ਹੈਗਾ, ਬੈਸਟ ਹੈਗਾ। ਸੋ ਇਹ ਸੁਪਰਲੇਟਿਵ ਡਿਗਰੀ ਹੋਗੀ। ਹੋਪ ਆ ਕਿ ਤੁਹਾਨੂੰ ਸਮਝ ਲੱਗਿਆ ਹੋ। ਨੈਕਸਟ ਚੱਲਦੇ ਆਪਾਂ। ਹੁਣ ਆਪਾਂ ਦੇਖਦੇ ਹਾਂ ਕਿ ਹੋਰ ਆਪਾਂ ਕਿਹੜੀ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ ਕੰਪੈਰੀਜ਼ਨ ਸ਼ੋ ਕਰਨ ਦੇ ਲਈ।
ਸੋ ਹੁਣ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਆਪਾਂ ਸਬੋਰਡੀਨੇਟ ਕਲੌਜ਼ਸ ਨੂੰ ਯੂਜ਼ ਕਰ ਸਕਦੇ ਹਾਂ। ਸਬੋਰਡੀਨੇਟ ਕਲੌਜ਼ ਦਾ ਫਸਟ ਯੂਜ਼ ਹੈਗਾ ਕਿ ਇਸ ਨੂੰ ਆਪਾਂ ਸਟਾਰਟਿੰਗ 'ਚ ਰੱਖ ਸਕਦੇ ਹਾਂ। ਐਗਜ਼ਾਮਪਲ ਦੇ ਨਾਲ ਸੈਂਟੈਂਸ ਪੜ੍ਹ ਕੇ ਦੇਖੋ, ਵਾਈਲ ਜਾਂ ਫਿਰ ਵੇਅਰਐਜ਼ ਦੋਨੋਂ ਸੇਮ ਤਰੀਕੇ ਨਾਲ ਯੂਜ਼ ਹੁੰਦੇ ਆ। ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜਦੋਂ ਵੀ ਇਹਨਾਂ ਨੂੰ ਬਿਗਨਿੰਗ ਦੇ ਵਿੱਚ ਯੂਜ਼ ਕਰਦੇ ਆ, ਬਹੁਤ ਸਾਰੇ ਸਟੂਡੈਂਟ ਇੱਥੇ ਕੋਮਾ ਲਾ ਦਿੰਦੇ ਆ, ਜੋ ਕਿ ਕਦੀ ਵੀ ਨਹੀਂ ਲਾਉਣਾ ਹੈਗਾ। ਅਗਰ ਤੁਸੀਂ ਇਸ ਨੂੰ ਸੈਂਟੈਂਸ ਦੇ ਸਟਾਰਟਿੰਗ 'ਚ ਯੂਜ਼ ਕਰਦੇ ਆ, ਕੋਮਾ ਨਹੀਂ ਲਗਾਉਣਾ ਹੈਗਾ। ਫਸਟ ਕਲੌਜ਼ ਜਿੱਥੇ ਸਾਡਾ ਜਾ ਕੇ ਖਤਮ ਹੋ ਜਾਊਗਾ, ਉੱਥੇ ਆਪਾਂ ਕੋਮਾ ਜਿਹੜਾ ਲਾਉਣਾ ਹੈਗਾ। ਪੜ੍ਹ ਕੇ ਦੇਖਦੇ ਹਾਂ। While the number of factories increased in India from 2005 to 2010 means ਕੀ ਆ ਕਿ ਇੰਡੀਆ ਦੇ ਵਿੱਚ ਨੰਬਰ ਆਫ ਫੈਕਟਰੀਜ਼ ਇਨਕਰੀਜ਼ਡ ਹੋਏ ਆ 2005 ਤੋਂ ਲੈ ਕੇ 2010 ਤੱਕ। ਇਹ ਸਾਡਾ ਸੈਂਟੈਂਸ ਜਿਹੜਾ ਇੱਥੇ ਖਤਮ ਨਹੀਂ ਹੋਇਆ, ਇਹ ਸਾਡਾ ਪੂਰਾ ਸੈਂਟੈਂਸ ਇੱਥੇ ਤੱਕ। ਇਹਦੇ ਵਿੱਚ ਕਲੌਜ਼ ਦੋ ਆ, ਇੱਕ ਕਲੌਜ਼ ਸਾਡਾ ਇੱਥੇ ਖਤਮ ਹੋ ਗਿਆ, ਅਗਲੇ ਦੇ ਵਿੱਚ ਦੇਖੋ ਕੀ ਕਹਿ ਰਿਹਾ, the figure of factories in China dropped significantly। ਕੀ ਹੋਇਆ, ਦੋਨੋਂ ਚੀਜ਼ਾਂ ਆਪਸ ਦੇ ਵਿੱਚ ਆਪੋਜ਼ਿਟ ਹੈਗੀਆਂ। ਫਸਟ ਨੰਬਰ ਤੇ ਕੀ ਹੈ ਕਿ ਇੰਡੀਆ ਦੇ ਵਿੱਚ ਨੰਬਰ ਆਫ ਫੈਕਟਰੀਜ਼ ਇਨਕਰੀਜ਼ ਹੋਏ ਆ। ਦੂਸਰੇ ਕਲੌਜ਼ 'ਚ ਕਹਿ ਰਿਹਾ ਤਾਂ ਨੰਬਰ ਆਫ ਫੈਕਟਰੀਜ਼ ਇਨ ਚਾਈਨਾ ਡ੍ਰੌਪ ਗਏ ਆ। ਸੋ ਜਦੋਂ ਵੀ ਤੁਸੀਂ ਆਪਸ ਦੇ ਵਿੱਚ ਚੀਜ਼ਾਂ ਨੂੰ ਆਪੋਜ਼ਿਟ ਸ਼ੋ ਕਰਨਾ, ਵਾਈਲ ਐਂਡ ਵੇਅਰਐਜ਼ ਨੂੰ ਯੂਜ਼ ਕਰ ਸਕਦੇ ਆ। ਦੂਸਰਾ ਯੂਜ਼ ਹੁਣ ਮੈਂ ਇਹਦਾ ਦੱਸਦਾ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਸੈਂਟੈਂਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਇੱਥੇ ਬਿਗਨਿੰਗ 'ਚ ਯੂਜ਼ ਕੀਤਾ, ਇਸ ਨੂੰ ਸੈਂਟੈਂਸ ਦੇ ਮਿਡਲ 'ਚ ਵੀ ਯੂਜ਼ ਕੀਤਾ ਜਾ ਸਕਦਾ। ਸੋ ਆਪਾਂ ਦੇਖਦੇ ਕਿਸ ਤਰ੍ਹਾਂ। ਸੋ ਹੁਣ ਮੈਂ ਤੁਹਾਡੇ ਸਾਹਮਣੇ ਦੂਸਰਾ ਸੈਂਟੈਂਸ ਲਿਖਿਆ। ਦੂਸਰੇ ਸੈਂਟੈਂਸ ਤੁਸੀਂ ਦੇਖ ਸਕਦੇ ਆ, the number of students in XYZ college went up from 200 in 2000 to 400 in 2005। ਪਹਿਲਾਂ ਆਪਾਂ ਸੈਂਟੈਂਸ ਸਮਝ ਲਈਏ। ਕੀ ਕਹਿ ਰਿਹਾ ਕਿ ਸਟੂਡੈਂਟਸ ਦੇ ਨੰਬਰ ਜਿਹੜੇ XYZ ਕਾਲਜ ਦੇ ਵਿੱਚ ਸੀਗੇ went up, ਇਨਕਰੀਜ਼ ਗਏ ਆ ਕਿੱਥੋਂ, from 200 in 2000 ਕਿ 2000 ਦੇ ਵਿੱਚ 200 ਸੀਗੇ ਸਟੂਡੈਂਟ, to 400 in 2005 2005 ਦੇ ਵਿੱਚ 400 ਦੇ ਉੱਤੇ ਇਨਕਰੀਜ਼ ਹੋ ਗਏ ਆ। ਨੈਕਸਟ ਆਪਾਂ ਕੀ ਲਗਾਇਆ, ਕੋਮਾ ਲਗਾਇਆ। ਜਦੋਂ ਵੀ ਆਪਾਂ ਇਸ ਤਰ੍ਹਾਂ ਕਲੌਜ਼ ਲਗਾਉਣਾ ਆ, ਵਾਈਲ ਐਂਡ ਵੇਅਰਐਜ਼ ਤੋਂ ਬਾਅਦ ਨਹੀਂ ਕਦੇ ਵੀ ਕੋਮਾ ਲਗਾਉਣਾ, ਹਮੇਸ਼ਾ ਹੀ ਪਹਿਲਾਂ ਕੋਮਾ ਲਗਾਉਣਾ ਹੈ ਜਦੋਂ ਆਪਾਂ ਇਹਨੂੰ ਵਿੱਚ ਯੂਜ਼ ਕਰਦੇ ਹਾਂ। ਫਿਰ ਆਪਾਂ ਕੋਈ ਵੀ ਕੰਜੰਕਸ਼ਨ ਇੱਥੇ ਲਗਾ ਸਕਦੇ ਹਾਂ, ਵਾਈਲ ਜਾਂ ਫਿਰ ਵੇਅਰਐਜ਼। ਕਦੀ ਵੀ ਸਟੂਡੈਂਟ ਇਹਦੇ ਤੋਂ ਬਾਅਦ ਕੋਮਾ ਨਹੀਂ ਲਾਉਣਾ ਹੈਗਾ, ਜਿਹੜੀ ਕਿ ਕਾਮਨ ਮਿਸਟੇਕ ਹੁੰਦੀ ਹੈ ਤੁਹਾਡੀ। ਅੱਗੇ ਸੈਂਟੈਂਸ ਪੜ੍ਹੀਏ, ਵਾਈਲ ਜਾਂ ਫਿਰ ਵੇਅਰਐਜ਼ ਇਨ ABC ਕਾਲਜ the count of pupils declined from 300 to 100। ਦੋਨੋਂ ਸੈਂਟੈਂਸ ਆਪਸ ਦੇ ਵਿੱਚ ਕੰਟਰਾਸਟ ਕਰਦੇ ਪਏ ਆ। ਇੱਕ ਵਾਰੀ ਦੁਬਾਰਾ ਪੂਰਾ ਸੈਂਟੈਂਸ ਪੜ੍ਹ ਕੇ ਦੇਖਦੇ ਹਾਂ। the number of students in XYZ college went up from 200 in 2000 to 400 in 2005 while or whereas in ABC college the count of pupils declined from 300 to 100। ਸੋ ਇਸ ਤਰ੍ਹਾਂ ਆਪਾਂ ਜਿਹੜਾ ਆ ਇਸ ਨੂੰ ਯੂਜ਼ ਕਰ ਸਕਦੇ ਹੈਗੇ ਆ। ਇਹੀ ਸੈਂਟੈਂਸ ਦੇ ਵਿੱਚ ਆਪਾਂ although ਨੂੰ ਵੀ ਯੂਜ਼ ਕਰ ਸਕਦੇ ਹਾਂ। ਮੰਨ ਲਓ ਕਿ ਆਪਾਂ ਇੱਥੋਂ ਇਹਨੂੰ ਸਾਫ਼ ਕਰ ਦਿੰਦੇ, ਇੱਥੇ ਆਪਾਂ although ਵੀ ਯੂਜ਼ ਕਰ ਸਕਦੇ ਹਾਂ। although ਤੋਂ ਬਾਅਦ ਵੀ ਸਟੂਡੈਂਟ ਇੱਥੇ ਕੋਮਾ ਲਾਉਣ ਦੀ ਗਲਤੀ ਕਰਦੇ ਆ, ਜੋ ਕਿ ਕਦੀ ਵੀ ਨਹੀਂ ਕਰਨੀ ਹੈਗੀ। ਇਸ ਤਰ੍ਹਾਂ ਹੀ ਆਪਾਂ ਇੱਥੇ ਵੀ ਜਿਹੜਾ ਆ ਇਹਨੂੰ ਕੱਟ ਕੇ although ਨੂੰ ਯੂਜ਼ ਕਰ ਸਕਦੇ ਹੈਗੇ ਆ, ਤਾਂ ਕਿ ਸਾਡਾ ਸੈਂਟੈਂਸ ਜਿਹੜਾ ਉਸੇ ਤਰ੍ਹਾਂ ਮੀਨਿੰਗ ਦੇਵੇ। ਇਸ ਨੂੰ ਵੀ ਪੜ੍ਹ ਕੇ ਦੇਖ ਲਓ। although the number of factories increased in India from 2005 to 2010। ਬੇਸ਼ੱਕ ਕਹਿੰਦਾ ਇੰਡੀਆ ਦੇ ਵਿੱਚ ਜਿਹੜੀਆਂ ਆ ਨੰਬਰ ਆਫ ਫੈਕਟਰੀਜ਼ ਇਨਕਰੀਜ਼ ਹੋਈਆਂ ਆ ਇਸ ਟਾਈਮ ਪੀਰੀਅਡ ਦੇ ਵਿੱਚ, the figure of factories in China dropped significantly। ਪਰ ਚਾਈਨਾ ਦੇ ਵਿੱਚ ਕੀ ਹੋਇਆ, ਇਹ ਨੰਬਰ ਆਫ ਜਿਹੜੇ ਫੈਕਟਰੀ ਸੀਗੀਆਂ ਉਹ ਡ੍ਰੌਪ ਹੋਈਆਂ। ਇਸ ਸੈਂਟੈਂਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ although ਨੂੰ the number of students in XYZ college went up from 200 in 2000 to 400 in 2005 although the count of pupils declined from 300 to 100 in ABC college। ਸੋ ਇਸ ਤਰ੍ਹਾਂ ਆਪਾਂ ਜਿਹੜਾ ਇਸ ਨੂੰ ਲਿਖ ਸਕਦੇ ਹਾਂ। ਹੋਪ ਆ ਕਿ ਤੁਹਾਨੂੰ ਸਬੋਰਡੀਨੇਟ ਕੰਜੰਕਸ਼ਨ ਦਾ ਯੂਜ਼ ਵੀ ਜਿਹੜਾ ਕਰਨਾ ਆ ਗਿਆ ਹੋਊਗਾ। ਅਗਰ ਨਹੀਂ ਸਮਝ ਲੱਗਿਆ ਤਾਂ ਤੁਸੀਂ ਕਮੈਂਟ ਕਰ ਸਕਦੇ। ਮੈਂ ਦੁਬਾਰਾ ਤੁਹਾਨੂੰ ਇਸ ਜਿਹੜਾ ਆ ਫਿਰ ਤੋਂ ਸੈਂਟੈਂਸ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਸੈਂਟੈਂਸਸ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਸੋ ਇਹ ਤਾਂ ਸਾਡੀ ਹੈਗੀਆਂ ਸਬੋਰਡੀਨੇਟ ਕੰਜੰਕਸ਼ਨਸ ਨੂੰ ਕਿਸ ਤਰ੍ਹਾਂ ਆਪਾਂ ਯੂਜ਼ ਕਰ ਸਕਦੇ ਹਾਂ। ਇੱਕ ਇੰਪੋਰਟੈਂਟ ਚੀਜ਼ ਇੱਥੇ ਹੋ ਰਹੀ ਹੈ ਕਿ ਜ਼ਰੂਰੀ ਨਹੀਂ ਕਿ ਆਪਾਂ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਕੰਟਰਾਸਟ ਕਰਨ ਦੇ ਲਈ ਜਾਂ ਕੰਪੇਅਰ ਕਰਨ ਦੇ ਲਈ ਵਾਈਲ ਐਂਡ ਵੇਅਰਐਜ਼ ਨੂੰ ਯੂਜ਼ ਕਰਨਾ। ਇੱਕੋ ਚੀਜ਼ ਦੇ ਵਿੱਚ ਵੀ ਆਪਾਂ ਦੋ ਵੱਖਰੇ ਵੱਖਰੇ ਸਾਲ 'ਚ ਕੰਪੈਰੀਜ਼ਨ ਵੀ ਸ਼ੋ ਕਰ ਸਕਦੇ। ਐਗਜ਼ਾਮਪਲ ਦੇ ਤੌਰ ਤੇ ਕਿ ਸਾਨੂੰ XYZ ਕਾਲਜ ਹੀ ਦਿੱਤਾ ਔਰ 2005 ਐਂਡ 2010 ਦੇ ਵਿੱਚ ਦੱਸ ਦਿੱਤਾ ਕਿ ਇਹਦੇ ਵਿੱਚ ਕਿੰਨੇ ਸਟੂਡੈਂਟ ਸੀ। ਸੋ ਫਿਰ ਵੀ ਆਪਾਂ ਯੂਜ਼ ਕਰ ਸਕਦੇ ਕਿ while in 2005 200 students took admission in XYZ college, in 2010 this number increased significantly to 500। ਸੋ ਇਸ ਤਰ੍ਹਾਂ ਆਪਾਂ ਇਹਨੂੰ ਯੂਜ਼ ਜਿਹੜਾ ਕਰ ਸਕਦੇ ਹਾਂ। ਸਾਰੀਆਂ ਕੰਜੰਕਸ਼ਨਸ ਤੁਸੀਂ ਇਸ ਤਰ੍ਹਾਂ ਐਗਜ਼ਾਮਪਲ ਦੇ ਨਾਲ ਲਿਖ ਸਕਦੇ ਹਾਂ। ਸੋ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਨੈਕਸਟ ਆਪਾਂ ਸਿੱਖਾਂਗੇ ਕਿ ਕਿਵੇਂ ਆਪਾਂ ਯੂਜ਼ ਕਰ ਸਕਦੇ ਹਾਂ ਟ੍ਰਾਂਜੀਸ਼ਨਸ ਨੂੰ। ਟ੍ਰਾਂਜੀਸ਼ਨਸ ਵੀ ਬਹੁਤ ਇੰਪੋਰਟੈਂਟ ਹੁੰਦੀਆਂ ਇਸ ਦੇ ਵਿੱਚ ਰੀਜ਼ਨ ਐਂਡ ਕੰਟਰਾਸਟ ਸ਼ੋ ਕਰਨ ਦੇ ਲਈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਟ੍ਰਾਂਜੀਸ਼ਨਸ ਨੂੰ ਯੂਜ਼ ਕਰ ਸਕਦੇ। ਸੋ ਜਿਵੇਂ ਆਪਾਂ ਪਹਿਲਾਂ ਸਬੋਰਡੀਨੇਟ ਕੰਜੰਕਸ਼ਨਸ ਕੀਤੀਆਂ ਸੀਗੀਆਂ, ਉਹਨਾਂ ਦਾ ਰੂਲ ਕੀ ਸੀਗਾ ਕਿ ਉਹ ਸੈਂਟੈਂਸ ਜਦੋਂ ਵੀ ਬਣਾਉਂਦੇ ਆ ਆਪਾਂ ਪਹਿਲੇ ਕਲੌਜ਼ ਤੋਂ ਬਾਅਦ ਦੂਸਰੇ ਕਲੌਜ਼ ਤੋਂ ਪਹਿਲਾਂ ਸਾਨੂੰ ਕੋਮਾ ਵਿੱਚ ਜਿਹੜਾ ਲਗਾਉਣਾ ਪੈਂਦਾ ਹੈਗਾ। ਬਟ
ਟ੍ਰਾਂਜੀਸ਼ਨਸ ਨੂੰ ਯੂਜ਼ ਕਰਨਾ ਥੋੜਾ ਡਿਫਰੈਂਟ ਹੈਗਾ। ਹਾਲਾਂਕਿ ਸੈਂਟੈਂਸ ਇਹ ਵੀ ਸਿਮਿਲਰ ਕਾਈਂਡ ਹੀ ਬਣਾਉਣਗੀਆਂ, ਪਰ ਇਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਥੋੜਾ ਅਲੱਗ ਆ, ਜਿਹਦੇ ਵਿੱਚ ਕਿਹੜੀਆਂ ਮਿਸਟੇਕ ਸਟੂਡੈਂਟ ਕਰਦੇ ਉਹ ਵੀ ਦੱਸਦਾ, ਨਾਲ ਦੀ ਨਾਲ ਦੇਣਾ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਆਪਾਂ however, in contrast and on the other hand ਤਿੰਨੋਂ ਹੀ ਸਾਡੀਆਂ ਜਿਹੜੀਆਂ ਹੈਗੀਆਂ ਟ੍ਰਾਂਜੀਸ਼ਨਸ ਨੇ, ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਆ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ ਕੰਟਰਾਸਟ ਸ਼ੋ ਕਰਨ ਦੇ ਲਈ। ਕੰਟਰਾਸਟ ਕੀ ਹੁੰਦਾ? ਜਦੋਂ ਆਪਸ ਦੇ ਵਿੱਚ ਹਾਈਐਸਟ ਲੋਐਸਟ, ਇਹ ਸਾਡਾ ਕੰਟਰਾਸਟ ਹੋਊਗਾ। ਮੈਕਸਿਮਮ ਮਿਨੀਮਮ, ਇਹ ਸਾਡਾ ਕੰਟਰਾਸਟ ਹੋਊਗਾ। ਸੋ ਇਸ ਤਰ੍ਹਾਂ ਆਪਾਂ ਜਦੋਂ ਆਪਾਂ ਕੰਟਰਾਸਟ ਸ਼ੋ ਕਰਨਾ ਉਦੋਂ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ? ਇੰਡੀਆ ਸਪੈਂਟ $2 million ਔਨ ਸਪੇਸ ਐਕਸਪਲੋਰੇਸ਼ਨ। ਸੈਂਟੈਂਸ ਸਾਡਾ ਇੱਥੇ ਖਤਮ ਹੋ ਸਕਦਾ, ਜਾਂ ਫਿਰ ਤੁਸੀਂ ਇੱਥੇ ਕੋਮਾ ਸੈਂਟੈਂਸ ਨੂੰ ਖਤਮ ਵੀ ਕਰ ਸਕਦੇ ਆ, ਸਟਾਪ ਫੁੱਲ ਸਟਾਪ ਲਗਾ ਕੇ, ਸੈਮੀਕੋਲਨ ਲਗਾ ਕੇ ਆਪਸ ਦੇ ਵਿੱਚ ਸੈਂਟੈਂਸ ਨੂੰ ਜੋੜਨਾ ਵੀ ਸਾਡੇ ਲਈ ਇੰਪੋਰਟੈਂਟ ਆ। ਫਿਰ ਕੀ ਹੋਊਗਾ? ਫਿਰ ਸਾਡੀ ਟ੍ਰਾਂਜੀਸ਼ਨ ਯੂਜ਼ ਹੋਊਗੀ। ਟ੍ਰਾਂਜੀਸ਼ਨ ਜਦੋਂ ਵੀ ਯੂਜ਼ ਹੋਣੀ ਹੈ, ਇਸ ਤੋਂ ਬਾਅਦ ਕੋਮਾ ਲਗਾਉਣਾ ਕਦੀ ਵੀ ਨਹੀਂ ਭੁੱਲਣਾ ਹੈਗਾ। ਜਦੋਂ ਵੀ ਤੁਸੀਂ ਟ੍ਰਾਂਜੀਸ਼ਨ ਲਗਾਉਂਦੇ ਆ, ਇਟ ਮੀਨਸ ਕਿ ਤੁਹਾਡਾ ਜਿਹੜਾ ਇੱਥੇ however ਲੱਗਾ ਪਿਛਲੀ ਚੀਜ਼ ਦੇ ਨਾਲ ਕੰਟਰਾਸਟ ਕਰਨ ਲੱਗਾ ਹੈਗਾ। ਅਗਲਾ ਸੈਂਟੈਂਸ ਦੇਖੋ, however ਜਾਪਾਨ ਸਪੈਂਟ, ਸੌਰੀ ਇੱਥੇ ਆਪਾਂ ਦੂਸਰੀ ਫਾਰਮ ਲਾਉਣੀ ਸੀਗੀ, however ਜਾਪਾਨ ਸਪੈਂਟ $1 million। ਹੁਣ ਸੈਂਟੈਂਸ ਕੀ ਕਹਿ ਰਿਹਾ ਕਿ ਇੰਡੀਆ ਨੇ ਜਿਹੜਾ ਹੈਗਾ $2 million ਜਿਹੜੇ ਆ ਸਪੇਸ ਐਕਸਪਲੋਰੇਸ਼ਨ ਤੇ ਸਪੈਂਡ ਕੀਤੇ ਆ, ਬਟ however ਦਾ ਮਤਲਬ ਬਟ ਹੁੰਦਾ, ਬਸ ਖਤਮ। ਡਿਫਰੈਂਸ ਕੀ ਆ ਕਿ ਪਿੱਛੇ ਜਾਂ ਤਾਂ ਸਾਨੂੰ ਪਿਛਲਾ ਸੈਂਟੈਂਸ ਪਹਿਲਾਂ ਖਤਮ ਕਰਨਾ ਪੈਣਾ ਜਾਂ ਸੈਮੀਕੋਲਨ ਲਗਾਉਣਾ ਪੈਣਾ, ਫਿਰ ਸਾਡੀ ਟ੍ਰਾਂਜੀਸ਼ਨ ਯੂਜ਼ ਹੋਊਗੀ। ਟ੍ਰਾਂਜੀਸ਼ਨ ਤੋਂ ਬਾਅਦ ਸਾਡਾ ਕੋਮਾ ਲੱਗੂਗਾ, ਫਿਰ ਸਾਡਾ ਅਗਲਾ ਕਲੌਜ਼ ਜਿਹੜਾ ਆਊਗਾ ਜਿਹਦੇ ਵਿੱਚ ਆਪਾਂ ਲਿਖਿਆ ਜਾਪਾਨ ਨੇ ਕਿੰਨੇ ਸਪੈਂਡ ਕੀਤੇ ਆ? $1 million। ਸੋ ਆਪਸ ਦੇ ਵਿੱਚ ਇਨਫੋਰਮੇਸ਼ਨ ਕੰਟਰਾਸਟ ਕਰਦੀ ਪਈ ਆ। ਸੋ ਹੋਪ ਆ ਕਿ ਤੁਹਾਨੂੰ ਸਮਝ ਲੱਗੀ ਹੋਊਗੀ। ਹੁਣ however ਜਿਸ ਤਰ੍ਹਾਂ ਯੂਜ਼ ਕੀਤਾ, ਸੇਮ ਇਸੇ ਤਰ੍ਹਾਂ ਹੀ ਸੈਂਟੈਂਸ ਦੇ ਵਿੱਚ ਆਪਾਂ ਇਨ ਕੰਟਰਾਸਟ ਐਂਡ ਔਨ ਦਾ ਅਦਰ ਹੈਂਡ ਯੂਜ਼ ਕਰ ਸਕਦੇ ਹਾਂ। ਤੁਸੀਂ ਯੂਜ਼ ਕਰਕੇ ਦੇਖ ਸਕਦੇ ਆ, ਔਰ ਇਸ ਤਰ੍ਹਾਂ ਆਪਾਂ ਜਿਹੜਾ ਇਹਨਾਂ ਟ੍ਰਾਂਜੀਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਹੋਪ ਆ ਕਿ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਟਾਸਕ 1 ਦੇ ਵਿੱਚ ਜਿਹੜੀ ਹੈਲਪ ਮਿਲ ਸਕਦੀ ਆ। ਦੇਖੋ, ਤੁਹਾਨੂੰ ਡਾਟਾ ਲਿਖਣ ਦਾ ਨੰਬਰ ਨਹੀਂ ਮਿਲਣਾ ਹੈਗਾ, ਡਾਟੇ ਨੂੰ ਵਧੀਆ ਤਰੀਕੇ ਦੇ ਨਾਲ ਲਿਖਣ ਦੇ ਨੰਬਰ ਮਿਲਣੇ ਆ। ਸੋ ਵਧੀਆ ਤਰੀਕੇ ਦੇ ਨਾਲ ਆਪਾਂ ਤਾਂ ਹੀ ਲਿਖ ਸਕਦੇ ਹਾਂ ਜੇਕਰ ਸਾਨੂੰ ਕੰਪੈਰੀਜ਼ਨ ਕਰਨਾ ਹੁੰਦਾ ਜਾਂ ਕੰਟਰਾਸਟ ਕਰਨਾ ਹੁੰਦਾ। ਸੋ ਸਟੂਡੈਂਟਸ, ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਤੁਸੀਂ ਇਹ ਜਿਹੜੀਆਂ ਆਪਾਂ 3 ਸਬੋਰਡੀਨੇਟ ਕੰਜੰਕਸ਼ਨਸ ਦਸੀਆਂ, ਜਾਂ ਮੈਂ ਸੁਪਰਲੇਟਿਵ ਐਂਡ ਕੰਪੈਰੀਟਿਵ ਡਿਗਰੀਜ਼ ਦਸੀਆਂ, ਉਸ ਤੋਂ ਬਾਅਦ ਆਪਾਂ ਟ੍ਰਾਂਜੀਸ਼ਨਸ ਕੀਤੀਆਂ, ਇਹਨਾਂ ਨੂੰ ਯੂਜ਼ ਕਰਨਾ ਸਿੱਖ ਲੈਂਦੇ ਆ, ਤੇ ਗਾਰੰਟੀ ਦੇ ਨਾਲ ਤੁਹਾਡਾ 6.5 ਬੈਂਡ ਜਿਹੜੇ ਆ ਰਾਈਟਿੰਗ ਦੇ, ਉਸ ਤੋਂ ਡਾਊਨ ਸਕੋਰ ਕਦੀ ਵੀ ਨਹੀਂ ਜਾਊਗਾ, ਗਾਰੰਟੀ ਦੇ ਨਾਲ। ਮੈਂ ਹੋਪ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ। ਅਗਰ ਵੀਡੀਓ ਚੰਗੀ ਲੱਗੀ ਹੈ ਤੇ ਬਾਕੀ ਨਾਲ ਜਰੂਰ ਸ਼ੇਅਰ ਕਰ ਦਿਆ ਕਰੋ, ਤਾਂ ਕਿ ਸਾਨੂੰ ਹੋਰ ਵੀਡੀਓਜ਼ ਬਣਾਉਣ ਦਾ ਜਿਹੜਾ ਮੋਟੀਵੇਸ਼ਨ ਮਿਲ ਸਕੇ। ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ, ਔਰ ਸਭ ਤੋਂ ਇੰਪੋਰਟੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ, ਤਾਂ ਕਿ ਮੈਂ ਤੁਹਾਡੇ ਲਈ ਨਵੀਆਂ ਵੀਡੀਓਜ਼ ਲੈ ਕੇ ਆਉਂਦਾ ਰਹਾਂ। ਥੈਂਕ ਯੂ।